ਇਕ ਸਾਖੀ ਜਿਸ ਧੁਰ ਭਾਗ ਹੋਵੈ ਮੁਖ ਮਸਤਕ ਤਿਨ ਜਨ ਲੈ ਹਿਰਦੈ ਰਾਖੀ। ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉਤਮ ਗੁਰ ਬਚਨੀ ਸਹਜੇ ਚਾਖੀ। ਤਹ ਭਇਆ ਪ੍ਰਗਾਸ ਮਿਟਿਆ ਅੰਧਿਆ ਜਿਉ ਸੂਰਜ ਰੈਣ ਕੀ ਰਾਖੀ। ਇਸ਼ਟ ਅਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ। ਬਲਿਹਾਰੀ ਇਸ ਜਾਤ ਕੋ ਜਿਹ ਜਪਿਓ ਸਿਰਜਨਹਾਰ। ਬਲਿਹਾਰੀ ਇਸ ਜਾਤ ਕੋ ਜਿਹ ਜਪਿਓ ਸਿਰਜਨਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੰਡਾਂ ਬ੍ਰਹਿਮੰਡਾਂ ਦੇ ਮਾਲਕ ਰਹਿਮਤਾਂ ਦੇ ਸਾਈਂ ਵਾਲੀਏ ਦੋ ਜਹਾਨ ਸਰਵਰੇ ਕਾਇਨਾਤ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਜਗਤ ਗੁਰੂ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਿਤਾ ਜੀਓ, ਆਪ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੇ ਸਤਸੰਗੀ ਜਨੋ ਵਡਭਾਗੇ ਹੋ, ਜੋ ਗੁਰੂ ਜੀ ਦੀ ਨਿੱਘੀ ਮਿੱਠੀ ਗੋਦ ਵਿੱਚ ਗੁਰੂ ਜੀ ਦੇ ਅਨਮੋਲ ਵਿਚਾਰ ਸੁਣਨ ਸਮਝਣ ਦੇ ਵਾਸਤੇ ਇਕੱਤਰ ਹੋਏ ਹੋ। ਸਤਿਗੁਰੂ ਦਾ ਫਰਮਾਨ ਹੈ, ਆਵੋ ਭੈਣੇ ਗਲ ਮਿਲੈ ਅੰਕ ਸਹੇਲੜੀਆਂ, ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆਂ। ਸੰਗਤ ਸਾਡੇ ਮਨ ਦੇ ਤੌਖਲੇ ਦੂਰ ਕਰਦੀ ਹੈ, ਸਾਨੂੰ ਸੁੱਖ ਪ੍ਰਦਾਨ ਕਰਦੀ ਹੈ। ਗੁਰੂ ਪਿਆਰ ਵਾਲਿਓ, ਅਸੀਂ ਭਗਤ ਕਬੀਰ ਜੀ ਦੇ ਜੋ ਸ਼ਲੋਕ ਹਨ ਉਹਨਾਂ ਦੀ ਵਿਚਾਰ ਪ੍ਰਾਰੰਭ ਕੀਤੀ ਹੈ, ਕਿਉਂਕਿ ਕਬੀਰ ਸਾਹਿਬ ਦੇ ਸ਼ਲੋਕ ਅਤੇ ਬਾਬਾ ਫਰੀਦ ਦੇ ਸ਼ਲੋਕ ਸਾਡੇ ਵਿੱਚ ਬਹੁਤ ਹੀ ਹਰਮਨ ਪਿਆਰੇ ਹਨ। ਅਸੀਂ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਉਹਨਾਂ ਸ਼ਲੋਕਾਂ ਨੂੰ ਪੜ੍ਹਦੇ ਹਾਂ। ਇਹਨਾਂ ਸ਼ਲੋਕਾਂ ਦੇ ਅੰਦਰ ਬਹੁਤ ਗਹਿਰਾਈ ਦੇ ਅੰਦਰ ਜਾ ਕਰਕੇ ਭਗਤ ਕਬੀਰ ਜੀ ਨੇ ਸਮਾਜ ਦੀ ਇੱਕ ਸੁਚੱਜੀ ਸਿਰਜਣਾ ਦਾ ਉਪਰਾਲਾ ਕੀਤਾ ਹੈ। ਸਮਾਜ ਦੀਆਂ ਸਮੱਸਿਆਵਾਂ ਨੂੰ ਇੱਕ ਇੱਕ ਕਰਕੇ ਸਾਡੇ ਸਾਹਮਣੇ ਪ੍ਰਸਤੁਤ ਕੀਤਾ ਹੈ, ਉਹਨਾਂ ਦਾ ਸਮਾਧਾਨ ਕੀਤਾ ਹੈ। ਕਬੀਰ ਸਾਹਿਬ ਜਾਤ ਦੇ ਉਸ ਫਿਰਕੇ ਦੇ ਵਿੱਚੋਂ ਆਉਂਦੇ ਹਨ ਜਿਨ੍ਹਾਂ ਨੂੰ ਬ੍ਰਾਹਮਣ ਨੇ ਜੁਲਾਹੇ ਕਿਹਾ ਕਿ ਇਹ ਜੁਲਾਹੇ ਹਨ। ਗੁਰੂ ਪਿਆਰ ਵਾਲਿਓ, ਸਮਾਜ ਦੀ ਵੰਡ ਇਹ ਇੱਕ ਐਸਾ ਕੋੜ ਹੈ ਸਾਡੇ ਸਮਾਜ ਤੇ, ਇੱਕ ਐਸੀ ਤਰਾਸਦੀ ਹੈ ਜਿਸ ਤਰਾਸਦੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ
ਸਾਡੇ ਸਾਹਮਣੇ ਪ੍ਰਸਤੁਤ ਕੀਤਾ ਹੈ ਔਰ ਇਹਦਾ ਹੱਲ ਵੀ ਦੱਸਿਆ ਹੈ। ਬ੍ਰਾਹਮਣ ਨੇ ਪਹਿਲੇ ਵਰਨ ਵੰਡ ਦਿੱਤੇ, ਖੱਤਰੀ, ਬ੍ਰਾਹਮਣ, ਸ਼ੂਦਰ ਤੇ ਵੈਸ਼। ਵੈਸ਼ ਨੂੰ ਨੀਵੀਂ ਜਾਤੀ ਵਾਲਾ ਕਿਹਾ ਗਿਆ ਕਿ ਇਹ ਨੀਵੀਂ ਜਾਤੀ ਦਾ ਹੈ, ਇਹਦੇ ਕੋਲ ਕੋਈ ਨੇੜੇ ਨਾ ਆਵੇ। ਉਹਦੇ ਪਾਣੀ ਭਰਨ ਵਾਲੇ ਖੂਹ ਅਲੱਗ, ਉਹਦੀਆਂ ਰਹਿਣ ਵਾਲੀਆਂ ਬਸਤੀਆਂ ਅਲੱਗ। ਬ੍ਰਾਹਮਣ ਆਪ 3 ਧਾਗਿਆਂ ਵਾਲਾ ਜਨੇਊ ਪਾਉਂਦਾ, ਖੱਤਰੀ 2 ਧਾਗਿਆਂ ਵਾਲਾ, ਵੈਸ਼ ਨੂੰ 1 ਧਾਗੇ ਵਾਲਾ ਤੇ ਸ਼ੂਦਰ ਨੂੰ ਜਨੇਊ ਪਾਉਣ ਦਾ ਅਧਿਕਾਰ ਹੀ ਕੋਈ ਨਹੀਂ। ਵਰਨ ਵੰਡ ਹੋਈ, ਫਿਰ ਜਾਤ ਵੰਡ ਹੋਈ। ਇਹਨਾਂ ਨੂੰ ਨੀਵੇਂ ਕਹਿਣ ਲੱਗਿਆ ਗਿਆ ਕਿ ਕੁਝ ਲੋਕ ਨੀਵੇਂ ਹਨ ਜਾਤ ਕਰਕੇ, ਪਰ ਕਬੀਰ ਸਾਹਿਬ ਜੋ ਬਿਆਨ ਸਾਡੇ ਸਾਹਮਣੇ ਦੇ ਰਹੇ ਹਨ, ਉਹ ਕਹਿੰਦੇ ਹਨ ਮੈਨੂੰ ਆਪਣੀ ਨੀਵੀਂ ਜਾਤ ਤੇ ਮਾਣ ਹੈ, ਫਕਰ ਹੈ। ਮੈਂ ਮਾਣ ਮਹਿਸੂਸ ਕਰਦਾ ਹਾਂ ਆਪਣੀ ਨੀਵੀਂ ਜਾਤ ਤੇ, ਕਿਉਂਕਿ ਇਸ ਜਾਤ ਦੇ ਅੰਦਰ ਜਨਮ ਲੈ ਕਰਕੇ ਮੈਂ ਪਰਿਪੂਰਨ ਪਰਮਾਤਮਾ ਦਾ ਨਾਮ ਜਪਿਆ ਹੈ। ਗੁਰੂ ਪਿਆਰ ਵਾਲਿਓ, ਆਓ ਸਤਿਗੁਰੂ ਜੀ ਦੀ ਬਾਣੀ ਸਾਨੂੰ ਕੀ ਕਹਿੰਦੀ ਹੈ। ਪਿਤਾ ਗੁਰੂ ਅਰਜਨ ਸਾਹਿਬ ਜੀ ਕੀ ਕਹਿੰਦੇ ਹਨ? ਜਾਤ ਅਜਾਤ ਜਪੈ ਜਨ ਕੋਏ, ਜੋ ਜਾਪੈ ਤਿਸ ਕੀ ਗਤ ਹੋਏ। ਜਾਤ ਅਜਾਤ, ਭਾਵੇਂ ਕਿਸੇ ਦੀ ਜਾਤ ਉੱਚੀ ਹੋਵੇ ਤੇ ਭਾਵੇਂ ਕਿਸੇ ਦੀ ਜਾਤ ਨੀਵੀਂ ਹੋਵੇ। ਜਾਤ ਪਰਮਾਤਮਾ ਨੇ ਨਹੀਂ ਬਣਾਈ, ਪਰਮਾਤਮਾ ਨੇ ਕੇਵਲ ਤੇ ਕੇਵਲ ਮਨੁੱਖ ਬਣਾਇਆ ਹੈ, ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਜਾਤ ਜਿਹੜੀ ਹੈ ਔਰ ਵਰਨ ਵੰਡ ਹੈ, ਇਹ ਮਨੁੱਖ ਦੀ ਦੇਣ ਹੈ, ਮਨੁੱਖ ਦੀ ਕਾਢ ਹੈ। ਪਰਮਾਤਮਾ ਦੇ ਸਾਹਮਣੇ ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਕਿਉਂਕਿ ਗੁਰਦੇਵ ਦੇ ਸਮੇਂ ਦੇ ਅੰਦਰ ਇਹ ਜਾਤ ਵੰਡ ਪ੍ਰਣਾਲੀ ਸੀ। ਇਸ ਲਈ ਗੁਰਦੇਵ ਨੇ ਇਸ ਜਾਤ ਵੰਡ ਪ੍ਰਣਾਲੀ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਜਾਤ ਅਜਾਤ ਜਪੈ ਜਨ ਕੋਏ, ਜੋ ਜਾਪੈ ਤਿਸ ਕੀ ਗਤ ਹੋਏ। ਭਾਵੇਂ ਸਮਾਜ ਦੀ ਬਣਤਰ ਦੇ ਅਨੁਸਾਰ ਕਿਸੇ ਦੀ ਜਾਤ ਨੀਵੀਂ ਹੈ, ਭਾਵੇਂ ਕਿਸੇ ਦੀ ਉੱਚੀ ਹੈ, ਜੋ ਵੀ ਪਰਮਾਤਮਾ ਦਾ ਨਾਮ ਜਪੇਗਾ, ਜੋ ਵੀ ਸੱਚ ਦੇ ਮਾਰਗ ਤੇ ਚੱਲੇਗਾ, ਉਹਦੀ ਮੁਕਤੀ ਪ੍ਰਾਪਤ ਹੋ ਜਾਵੇਗੀ। ਉਸਨੂੰ ਜਾਤ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੈ। ਜੋ ਵੀ ਜਪੇਗਾ ਉਸ ਦੀ ਗਤੀ ਹੋ ਜਾਵੇਗੀ। ਇਤਨਾ ਹੀ ਨਹੀਂ, ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਸਾਡੇ ਸਾਹਮਣੇ ਇੱਕ ਤਸਵੀਰ ਪੇਸ਼ ਕਰ ਦਿੰਦੇ ਹਨ। ਗੁਰੂ ਪਿਆਰ ਵਾਲਿਓ, ਉਹ ਤਸਵੀਰ ਇਤਿਹਾਸ ਦੇ ਵਿੱਚੋਂ ਆਉਂਦੀ ਹੈ। ਉਸ ਤਸਵੀਰ ਦਾ ਜ਼ਿਕਰ ਗੁਰੂ ਬਾਬੇ ਦੀ ਬਾਣੀ ਦੇ ਅੰਦਰ ਹੈ। ਭਗਤ ਨਾਮਦੇਵ ਜੀ ਨੂੰ ਲੋਕ ਛੀਪਾ ਕਹਿ ਕੇ ਬੁਲਾਉਂਦੇ ਹਨ ਕਿ ਇਹ ਛਿੰਬੇ ਹਨ, ਪਰ ਸਤਿਗੁਰੂ ਕਹਿੰਦੇ ਭਗਤ ਨਾਮਦੇਵ ਨੇ ਜਦੋਂ ਪਰਿਪੂਰਨ ਪਰਮਾਤਮਾ ਦੇ ਨਾਲ ਆਪਣਾ ਨਿਹੋ ਲਾ ਲਿਆ ਨਾ, ਪਰਮਾਤਮਾ ਦੇ ਨਾਲ ਇੱਕ ਮਿਕਤਾ ਹੋ ਗਈ। ਭਗਤ ਨਾਮਦੇਵ ਜੀ ਦੀ ਜੋ ਦ੍ਰਿੜਤਾ, ਡੈਟਰਮੀਨੇਸ਼ਨ ਜੋ ਹੈ ਨਾ, ਉਹ ਦੇਖਣ ਵਾਲੀ ਹੈ। ਕੀ ਕਹਿੰਦੇ? ਗੰਗ ਜਮਨ ਜੋ ਉਲਟੀ ਬਹਿ, ਤਉ ਨਾਮਾ ਹਰ ਹਰ ਕਹਿ। ਡੈਟਰਮੀਨੇਸ਼ਨ ਦੇਖੋ, ਉਹਨਾਂ ਦਾ ਵਿਸ਼ਵਾਸ ਦੇਖੋ। ਕਹਿੰਦੇ ਗੰਗਾ ਜਮਨਾ ਭਾਵੇਂ ਉਲਟੀਆਂ ਵਗਣ ਲੱਗ ਪੈਣ, ਪਰ ਨਾਮਦੇਵ ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਹੀ ਜਪੇਗਾ। ਕੋਈ ਭਰਮ ਪਖੰਡ, ਕੋਈ ਕਰਮ ਕਾਂਡ ਨਹੀਂ ਕਰੇਗਾ। ਸਤਿਗੁਰ ਕਹਿੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਠ ਦਾਮ ਕੋ ਛੀਪਰੋ ਹੋਇਓ ਲਾਖੀਨਾ। ਆਠ ਦਾਮ ਤੋਂ ਭਾਵ ਅੱਧੀ ਕੌਡੀ ਕਹਿੰਦੇ ਹਾਂ ਅਸੀਂ ਕਿਸੇ ਨੂੰ ਕਹਦੇ ਤੇਰੀ ਔਕਾਤ ਕੀ ਹੈ, ਅੱਧੀ ਕੌਡੀ ਦੀ ਤੇਰੀ ਔਕਾਤ ਨਹੀਂ ਹੈ। ਪੁਰਾਣੇ ਜ਼ਮਾਨੇ ਦੇ ਅੰਦਰ ਕੌਡੀਆਂ ਕਰੰਸੀ ਦੇ ਵਿੱਚ ਆਇਆ ਕਰਦੀਆਂ ਸਨ, ਭਾਵ ਕਰੰਸੀ ਕੌਡੀ ਦੀ ਕੋਈ, ਜਿੱਦਾਂ ਜੀ ਇੱਕ ਪੈਸਾ ਹੈ ਕਿ ਪੈਸੇ ਦੀ ਕੋਈ ਵੈਲਿਊ ਨਹੀਂ ਹੈ। ਅਸੀਂ ਕਿਸੇ ਨੂੰ ਕਹਿ ਤੇਰੀ ਇੱਕ ਪੈਸੇ ਦੀ ਔਕਾਤ ਨਹੀਂ ਹੈ,
ਤੇ ਭਗਤ ਨਾਮਦੇਵ ਜੀ ਨੂੰ ਲੋਕ ਕਹਿੰਦੇ ਕਿ ਤੇਰੀ ਅੱਧੀ ਕੌਡੀ ਦੀ ਔਕਾਤ ਨਹੀਂ ਹੈ। ਆਡ ਦਮ ਕੋ ਛੀਪਰੋ ਉਹ ਛਿੰਬਾ, ਜਿਹਨੂੰ ਲੋਕ ਕਹਿੰਦੇ ਸਨ ਤੇਰੀ ਔਕਾਤ ਅੱਧੀ ਕੌਡੀ ਦੀ ਹੈ। ਕੀ ਹੋ ਗਿਆ? ਲੱਖੀਨਾ ਲੱਖਾਂ ਦਾ ਹੋ ਗਿਆ। ਭਗਤਾਂ ਦੇ ਬਾਰੇ ਇਹ ਬਾਤ ਸਾਰਿਆਂ ਭਗਤਾਂ ਤੇ ਲਾਗੂ ਹੁੰਦੀ ਹੈ। ਕਹਿੰਦੇ ਹਨ ਕਿ 4 ਵਰਨ ਪਏ ਪਗ ਆਏ, 4 ਵਰਨ ਪਏ ਪਗ ਆਏ। ਜਿਨ੍ਹਾਂ ਭਗਤਾਂ ਨੇ ਨਾਮ ਜਪਿਆ ਉਹ ਭਾਵੇਂ ਨੀਵੀਂ ਜਾਤ ਤੋਂ ਸਨ, ਸੋ ਕਾਲਡ ਜੋ ਕਹੀ ਜਾਂਦੀ ਸੀ। ਮੈਂ ਪਹਿਲੇ ਬੇਨਤੀ ਕੀਤੀ ਕਿ ਪ੍ਰਮਾਤਮਾ ਨੇ ਕੋਈ ਜਾਤ ਨਹੀਂ ਬਣਾਈ, ਜਾਤ ਸਾਡੀ ਕਾਢ ਹੈ, ਬ੍ਰਾਹਮਣ ਦੀ ਕਾਢ ਹੈ। ਪਰ ਸਤਿਗੁਰੂ ਕਹਿੰਦੇ ਜਿਨੇ ਪ੍ਰਮਾਤਮਾ ਦਾ ਨਾਮ ਜਪਿਆ ਨਾ, 4 ਵਰਨ ਪਏ ਪਗ ਆਏ। ਕੀ ਖੱਤਰੀ, ਕੀ ਬ੍ਰਾਹਮਣ, ਕੀ ਸ਼ੂਦਰ, ਕੀ ਵੈਸ਼, ਸਾਰੇ ਹੀ ਉਹਨਾਂ ਦੇ ਆ ਕੇ ਚਰਨੀ ਲੱਗੇ, ਉਹਨਾਂ ਦੇ ਮੁਰੀਦ ਹੋ ਗਏ, ਉਹਨਾਂ ਦੇ ਭਗਤ ਹੋ ਗਏ। ਸਤਿਗੁਰੂ ਅਗਲੀ ਤਸਵੀਰ ਸਾਡੇ ਸਾਹਮਣੇ ਪੇਸ਼ ਕਰਦੇ। ਬੁਨਨਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਕਬੀਰ ਸਾਹਿਬ ਨੇ ਆਪਣੇ ਬੁਣਨਾ ਤਨਣਾ ਕੀ ਹੈ? ਤਾਣਾ ਬਾਣਾ। ਗੁਰੂ ਪਿਆਰ ਵਾਲੇ ਤਾਣਾ ਬਾਣਾ ਕਹਿੰਦੇ ਕੌਨਸਪੀਰੇਸੀ ਨੂੰ, ਕੌਨਸਪੀਰੇਸੀ ਫਾਰ ਸਰਵਾਈਵਲ, ਜੀਣ ਦੇ ਵਾਸਤੇ ਤਾਣਾ ਬਾਣਾ ਬੁਣਨਾ। ਕਬੀਰ ਸਾਹਿਬ ਨੇ ਉਹ ਤਾਣਾ ਬਾਣਾ ਬੁਣਨਾ ਛੱਡ ਦਿੱਤਾ। ਕਿਰਤ ਕਰਦੇ ਸੀ ਜਿਹਦੇ ਨਾਲ ਉਹਨਾਂ ਦਾ ਘਰ ਚੱਲਦਾ ਰਹੇ। ਤਨਣਾ ਬੁਣਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਕਬੀਰ ਸਾਹਿਬ ਨੇ ਦੁਨੀਆ ਦੇ ਤਾਣੇ ਬਾਣੇ ਨੂੰ ਛੱਡ ਕੇ ਪਰਿਪੂਰਨ ਪਰਮਾਤਮਾ ਦੇ ਨਾਲ ਪ੍ਰੀਤ ਲਾ ਲਈ। ਫਿਰ ਕੀ ਹੋਇਆ? ਨੀਚ ਕੁਲਾ ਜੋ ਲਾਹਰਾ ਭਇਓ ਗਹੀਰਾ। ਭਗਤ ਕਬੀਰ ਜਿਹਨੂੰ ਲੋਕ ਨੀਵੀਂ ਜਾਤ ਕਹਿੰਦੇ ਸਨ ਕਿ ਨੀਵੀਂ ਜਾਤ ਦਾ ਹੈ, ਉਹ ਇਹੋ ਜਿਹਾ ਗੰਭੀਰ ਬਣ ਗਿਆ। ਉਹਦੀ ਨੌਲੇਜ, ਉਹਦਾ ਗਿਆਨ ਇਤਨਾ ਪ੍ਰਚੰਡ ਹੋ ਗਿਆ ਕਿ ਲੋਕ ਆ ਕੇ ਉਸ ਨੂੰ ਨਮਸਕਾਰਾਂ ਕਰਦੇ ਸਨ। ਰਵਿਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਭਗਤ ਰਵਿਦਾਸ ਜੀ ਜੋ ਮਰੇ ਹੋਏ ਡੰਗਰ ਢਾਉਂਦੇ ਸਨ, ਉਹਨਾਂ ਦੇ ਖੱਲਾਂ ਦਾ ਇੱਧਰ ਉੱਧਰ ਵਪਾਰ ਕਰਦੇ ਸਨ। ਲੋਕ ਉਹਨਾਂ ਨੂੰ ਵੀ ਨੀਵਾਂ ਕਹਿੰਦੇ ਸਨ। ਪਰ ਗੁਰੂ ਪਿਆਰ ਵਾਲਿਓ, ਜਦੋਂ ਉਹ ਭਗਤੀ ਉਹਨਾਂ ਨੇ ਕੀਤੀ, ਪਰਮਾਤਮਾ ਦੇ ਨਾਲ ਲਿਵ ਲਾਈ, ਪ੍ਰਗਟ ਹੋਵਾ ਸਾਧ ਸੰਗ। ਭਗਤ ਰਵਿਦਾਸ ਜੀ ਦੁਨੀਆ ਦੇ ਅੰਦਰ ਪ੍ਰਗਟ ਹੋ ਗਏ, ਮਸ਼ਹੂਰ ਹੋ ਗਏ ਆਪਣੇ ਉੱਚੇ ਸੁੱਚੇ ਜੀਵਨ ਦੇ ਕਾਰਨ, ਤੇ ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੋਈ। ਫਿਰ ਕਹਿੰਦੇ ਸੈਨ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ। ਸੈਨ ਜਿਸ ਨੂੰ ਕਿ ਨਾਈ ਜਾਤ ਦਾ ਕਿਹਾ ਜਾਂਦਾ ਸੀ, ਉਹ ਕੀ ਕਰਦਾ ਸੀ? ਰਾਜੇ ਦੀ ਜਾ ਕੇ ਮਲ ਛਕਿਆ ਕਰਦਾ ਸੀ, ਉਹਦੇ ਨਹੁੰ ਕਟਿਆ ਕਰਦਾ ਸੀ। ਪਰ ਸੈਨ ਨਾਈ ਨੇ ਸੁਣਿਆ ਕਿ ਭਗਤ ਕਬੀਰ ਤਰ ਗਿਆ ਹੈ, ਉਸਨੇ ਪ੍ਰਮਾਤਮਾ ਦਾ ਨਾਮ ਜਪਿਆ ਤੇ ਉਹ ਤਰ ਗਿਆ ਹੈ, ਤੇ ਸੈਨ ਨਾਈ ਉਸੇ ਰਸਤੇ ਤੇ ਚੱਲਿਆ। ਸੈਨ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ ਜੋ ਉਹਦੀ ਫਿਰ ਆਵਾਜ਼, ਉਹਦਾ ਉੱਚਾ ਸੁੱਚਾ ਜੀਵਨ ਘਰ ਘਰ ਦੇ ਵਿੱਚ ਸੁਣਿਆ ਗਿਆ। ਤੇ ਕੀ ਹੋਇਆ? ਹਿਰਦੈ ਵਸਿਆ ਪਾਰ ਬ੍ਰਹਮ। ਪਾਰ ਬ੍ਰਹਮ ਉਹਦੇ ਹਿਰਦੇ ਦੇ ਅੰਦਰ ਵਸ ਗਿਆ ਗੁਰੂ ਪਿਆਰ ਵਾਲਿਓ। ਤੇ ਉਹਦੀ ਗਿਣਤੀ ਕਿਹਦੇ ਵਿੱਚ ਆਉਂਦੀ ਹੈ? ਭਗਤਾਂ ਦੇ ਵਿੱਚ। ਹੁਣ ਸੁਣੋ ਗੁਰੂ ਅਰਜਨ ਪਾਤਸ਼ਾਹ ਜੀ ਦੇ ਪਹਿਲੇ ਬੋਲ, ਜਾਤ ਅਜਾਤ ਜਪੈ ਜਨ ਕੋਏ, ਜੋ ਜਾਪੈ ਤਿਸ ਕੀ ਗਤ ਹੋਏ। ਇਹਨਾਂ ਪੰਕਤੀਆਂ ਦੀ ਵਿਆਖਿਆ ਇਹ ਸ਼ਬਦ ਕਰ ਰਿਹਾ ਹੈ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਛੀਪਰੋ ਹੋਇਓ ਲਾਖੀਣਾ, ਬੁਣਨਾ ਤੰਨਾ ਤਿਆਗੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਾਹਰਾ ਭਇਓ ਗੁਣੀ ਗਹੀਰਾ। ਰਵਿਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸੈਨ ਨਾਈ ਬਤਕਾਰੀਆ, ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ। ਤੇ ਅਖੀਰ ਤੇ ਗੁਰੂ ਅਰਜਨ ਪਾਤਸ਼ਾਹ ਕਹਿੰਦੇ, ਇਹ ਬਿਧ ਸੁਣ ਕੇ ਜੱਟ ਰੋ ਉਠ ਭਗਤੀ ਲਾਗਾ। ਇਹ ਵਿਧੀ ਸੁਣ ਕੇ, ਇਹ ਤਰੀਕਾ ਸੁਣ ਕੇ ਹੁਣ ਭਗਤ ਨਾਮਦੇਵ ਜਿਨ੍ਹਾਂ ਨੂੰ ਜੱਟ ਕਿਹਾ ਜਾਂਦਾ ਹੈ, ਇਹ ਵੀ ਉੱਠ ਕੇ ਭਗਤੀ ਲੱਗਿਆ। ਮਿਲੈ ਪ੍ਰਤੱਖ ਗੁਸਾਈਆਂ ਤੰਨਾ
ਵਡਭਾਗਾ। ਇਹ ਤਸਵੀਰ ਹੈ ਗੁਰੂ ਪਿਆਰ ਵਾਲਿਓ, ਇਸ ਤਸਵੀਰ ਨੂੰ ਆਪਣੇ ਹਿਰਦੇ ਦੇ ਅੰਦਰ ਵਸਾਉਣਾ ਚਾਹੀਦਾ ਹੈ। ਕਬੀਰ ਸਾਹਿਬ ਆਪਣੀ ਜਾਤ ਤੇ ਮਾਣ ਕਰ ਰਹੇ ਹਨ, ਕਹਿੰਦੇ ਮੈਨੂੰ ਸ਼ਰਮ ਨਹੀਂ ਆਉਂਦੀ ਕਿ ਲੋਕ ਮੈਨੂੰ ਜੁਲਾਹਾ ਕਹਿੰਦੇ ਹਨ। ਕਬੀਰ ਮੇਰੀ ਜਾਤ ਕਉ ਸਭ ਕੋ ਹਸਨੇ ਹਾਰ, ਕਹਿੰਦੇ ਮੇਰੀ ਜਾਤ ਤੋਂ ਲੋਕ ਨਾ ਹੱਸਿਆ ਕਰਦੇ ਸੀ। ਕੋਈ ਵੇਲਾ ਸੀ ਕਿ ਮੈਨੂੰ ਲੋਕ ਜੁਲਾਹਾ ਜੁਲਾਹਾ ਕਹਿ ਕੇ ਬੁਲਾਇਆ ਕਰਦੇ ਸੀ, ਪਰ ਅੱਜ ਦੇਖੋ ਅੱਜ ਕਬੀਰ ਸਾਹਿਬ ਦੀ ਹਾਲਤ ਕੀ ਹੋਈ ਹੈ। ਅਬ ਤੋ ਜਾਏ ਚੜ੍ਹੇ ਸਿੰਘਾਸਨ, ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਣੀ। ਜਦੋਂ ਹਾਲਤ ਬਣੀ ਨਾ ਕਿ ਰਾਮ ਤੇ ਕਬੀਰ ਦੇ ਵਿੱਚ ਕੋਈ ਅੰਤਰ ਹੀ ਨਹੀਂ ਰਿਹਾ। ਗੁਰੂ ਪਿਆਰ ਵਾਲਿਓ, ਇਤਿਹਾਸ ਦੇ ਅੰਦਰ ਇੱਕ ਵਾਰੀ ਨਹੀਂ 10 ਵਾਰੀ ਤੁਸੀਂ ਦੇਖਿਆ ਕਿ ਰਾਮ ਤੇ ਕਬੀਰ ਇੱਕ ਹੋ ਜਾਂਦੇ ਹਨ। ਤੱਕੋ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਅੰਗਦ ਸਾਹਿਬ ਜੀ ਇੱਕ ਹੋ ਜਾਂਦੇ ਹਨ, ਏਕ ਜੋਤ ਦੇ ਮੂਰਤੀ। ਫਿਰ ਗੁਰੂ ਅੰਗਦ ਸਾਹਿਬ ਜੀ ਤੇ ਗੁਰੂ ਅਮਰਦਾਸ ਜੀ ਮਹਾਰਾਜ, ਫਿਰ ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਮਹਾਰਾਜ, ਫਿਰ ਗੁਰੂ ਰਾਮਦਾਸ ਜੀ ਮਹਾਰਾਜ ਤੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਇੱਕ ਹੋ ਜਾਂਦੇ ਹਨ। ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਣੀ। ਪਤਾ ਹੀ ਨਹੀਂ ਲੱਗਦਾ ਰਾਮ ਕੌਣ ਹੈ ਤੇ ਕਬੀਰ ਕੌਣ ਹੈ, ਦੋਨੋਂ ਹੀ ਅਭੇਦ ਹੋ ਗਏ ਹਨ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋ ਸਮਾਨਾ ਵਾਲੀ ਹਾਲਤ ਬਣਦੀ ਹੈ। ਕਬੀਰ ਸਾਹਿਬ ਕਹਿੰਦੇ ਹਨ ਮੈਨੂੰ ਅੱਜ ਮੈਂ ਬਲਿਹਾਰੀ ਇਸ ਜਾਤ ਕਉ, ਮੈਂ ਆਪਣੀ ਇਸ ਜਾਤ ਤੋਂ ਬਲਿਹਾਰ ਜਾਂਦਾ ਹਾਂ, ਜਿਸ ਜਾਤ ਵਿੱਚ ਜਨਮ ਲੈ ਕਰਕੇ ਮੈਂ ਪਰਿਪੂਰਨ ਪਰਮਾਤਮਾ ਦਾ ਨਾਮ ਜਪਿਆ ਹੈ। ਗੁਰੂ ਪਿਆਰ ਵਾਲਿਓ, ਸਤਿਗੁਰ ਕਹਿੰਦੇ ਜਾਤ ਜਨਮ ਨ ਪੁੱਛੀਐ, ਸੱਚ ਕਰ ਲਿਹੋ ਬਤਾਏ, ਸਾ ਜਾਤ ਸਾ ਪਤ ਹੈ, ਜਿਹੇ ਕਰਮ ਕਮਾਏ। ਕਦੇ ਇਹ ਨਹੀਂ ਪੁੱਛਣਾ ਚਾਹੀਦਾ। ਬਹੁਤ ਸਾਰੇ ਲੋਕ ਪੁੱਛਦੇ ਹਨ ਤੁਹਾਡੀ ਕਿਹੜੀ ਜਾਤ ਹੈ। ਗੁਰਦੇਵ ਕਹਿੰਦੇ ਨਾ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਾ, ਜਾਤ ਜਨਮ ਨਾ ਪੁੱਛੀਐ, ਸੱਚ ਘਰ ਲਿਹੋ ਬਤਾਏ। ਇਹ ਨਾ ਪੁੱਛੋ ਕਿ ਕਿਸੇ ਦਾ ਜਨਮ ਕਿਹੜੀ ਜਾਤ ਵਿੱਚ ਹੋਇਆ ਹੈ, ਨਹੀਂ, ਇਹ ਪੁੱਛੋ ਕਿ ਕਿਹਦੇ ਹਿਰਦੇ ਵਿੱਚ ਪਰਿਪੂਰਨ ਪਰਮਾਤਮਾ ਦਾ ਵਾਸਾ ਹੋਇਆ ਹੈ। ਇਹਦਾ ਕਾਰਨ ਕੀ ਹੈ, ਕਿਉਂ ਕਹਿੰਦੇ ਹਨ ਗੁਰਦੇਵ? ਇਹ ਵੀ ਇੱਕ ਸਵਾਲ ਹੈ ਗੁਰੂ ਪਿਆਰ ਵਾਲਿਓ। ਗੁਰੂ ਅਮਰਦਾਸ ਜੀ ਮਹਾਰਾਜ ਦੇ ਬਚਨ ਹਨ, ਜਿੱਥੈ ਲੇਖਾ ਮੰਗੀਐ ਤਿੱਥੈ ਦੇਹ ਜਾਤ ਨਾ ਜਾਏ, ਸਾਚ ਰਤੇ ਸੇ ਉਭਰੇ ਦੁਖੀਐ ਦੂਜੈ ਪਾਏ। ਕਹਿੰਦੇ ਹਨ ਕਿ ਜਿੱਥੈ ਲੇਖਾ ਮੰਗੇ, ਜਿੱਥੇ ਲੇਖਾ ਮੰਗਿਆ ਜਾਂਦਾ, ਅਕਾਊਂਟੇਬਿਲਟੀ ਤੁਹਾਡੇ ਕਰਮਾਂ ਦੀ, ਤੁਹਾਡੇ ਐਕਸ਼ਨ ਦੀ, ਜਦੋਂ ਤੁਹਾਡੇ ਐਕਸ਼ਨ 'ਤੇ ਰਿਐਕਸ਼ਨ ਹੁੰਦਾ ਹੈ, ਐਕਸ਼ਨ ਦੀ ਜਦੋਂ ਸਿਕੁਐਂਸਿਸ ਤੁਹਾਡੇ ਸਾਹਮਣੇ ਆਉਂਦੀਆਂ ਹਨ, ਜਦੋਂ ਫੈਸਲਾ ਹੋਣ ਲੱਗਦਾ ਹੈ, ਉੱਥੇ ਕਹਿੰਦੇ ਨਾ ਤੇ ਸਰੀਰ ਜਾਂਦਾ ਹੈ ਨਾ ਹੀ ਜਾਤ ਜਾਂਦੀ ਹੈ। ਜਿੱਥੈ ਲੇਖਾ ਮੰਗੀਐ ਤਿੱਥੈ ਦੇਹ ਮੀਨ ਸਰੀਰ ਬੋਡੀ, ਜਾਤ ਮੀਨ ਕਾਸਟ। ਨਾ ਸਰੀਰ ਜਾਂਦਾ ਹੈ ਨਾ ਜਾਤ ਜਾਂਦੀ ਹੈ, ਕੋਈ ਨਹੀਂ ਜਾਂਦੀ। ਕੀ ਜਾਂਦਾ? ਸਾਚ ਰਤੇ ਸੇ ਉਭਰੇ, ਜੋ ਸੱਚ ਨਾਲ ਜੁੜੇ ਹਨ, ਜੋ ਪਰਮਾਤਮਾ ਨਾਲ ਜੁੜੇ ਹਨ, ਉਹ ਭਾਵੇਂ ਕਿਸੇ ਵੀ ਜਾਤ ਤੋਂ ਹਨ, ਕਿਸੇ ਵੀ ਕੌਮ ਤੋਂ ਹਨ, ਉਹ ਕੋਈ ਵੀ ਹਨ, ਕੋਈ ਹਿੰਦੂ ਹੋਵੇ, ਮੁਸਲਮਾਨ ਹੋਵੇ, ਈਸਾਈ ਹੋਵੇ, ਪਾਰਸੀ ਹੋਵੇ, ਜੈਨੀ ਹੋਵੇ, ਕੋਈ ਵੀ ਹੋਵੇ, ਸਾਚ ਰਤੇ ਸੇ ਉਭਰੇ, ਜੋ ਸੱਚ ਨਾਲ ਜੁੜੇ ਹੋਏ ਹਨ, ਬਿਨਾਂ ਕਿਸੇ ਜਾਤ ਦੇ, ਬਿਨਾਂ ਕਿਸੇ ਲਿੰਗ ਭੇਦਭਾਵ ਦੇ, ਬਿਨਾਂ ਕਿਸੇ ਦੇਸ਼ ਦੇ, ਉਹ ਇਸ ਪਾਵਜਲ ਸੰਸਾਰ ਤੋਂ ਤਰ ਜਾਂਦੇ ਹਨ। ਇਸ ਲਈ ਗੁਰੂ ਪਿਆਰ ਵਾਲਿਓ, ਸਤਿਗੁਰ ਕਹਿੰਦੇ ਸਰੀਰ ਨਹੀਂ ਜਾਂਦਾ ਉੱਥੇ, ਨਾ ਹੀ ਜਾਤ ਜਾਂਦੀ ਹੈ। ਜਾਏਗਾ ਕੀ? ਤੁਹਾਡੇ ਕਰਮ, ਚੰਗਿਆਈਆਂ ਬੁਰਿਆਈਆਂ। ਵਾਚੈ, ਵਾਚੈ ਮੀਨ ਕਿ ਉਹਨਾਂ ਦਾ ਲੇਖਾ ਜੋਖਾ ਹੁੰਦਾ ਹੈ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਮਨੁੱਖ ਦੀਆਂ ਉੱਥੇ ਚੰਗਿਆਈਆਂ ਤੇ ਬੁਰਾਈਆਂ ਦਾ ਲੇਖਾ ਜੋਖਾ ਹੁੰਦਾ ਹੈ ਗੁਰੂ ਪਿਆਰ ਵਾਲਿਓ, ਨਾ ਕਿ ਕਿਸੇ ਦੀ ਸਵਰਨ ਜਾਤ ਦਾ ਜਾਂ ਕਿ ਨਾ ਕਿ ਨੀਵੀਂ ਜਾਤ ਦਾ। ਇਸ ਲਈ ਭਗਤ ਕਬੀਰ ਜੀ ਕਹਿੰਦੇ ਮੈਂ ਆਪਣੀ ਇਸ ਜਾਤ ਤੋਂ ਵਾਰੀ ਜਾਂਦਾ, ਕਿਉਂਕਿ
ਇਸ ਜਾਤ ਵਿੱਚ ਰਹਿ ਕੇ ਮੈਂ ਪ੍ਰਮਾਤਮਾ ਦਾ ਨਾਮ ਜਪਿਆ ਹੈ। ਗੁਰੂ ਪਿਆਰ ਵਾਲਿਓ, ਸਾਡੀ ਜਾਤ ਹੈ ਮਾਨਸ ਦੀ ਜਾਤ, ਮਨੁੱਖ ਦੀ ਜਾਤ। ਸਤਿਗੁਰ ਕਹਿੰਦੇ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨਬੋ। ਮਨੁੱਖ ਦੀ ਜਾਤ ਕੇਵਲ ਇੱਕ ਹੈ ਕਿ ਉਹ ਪਰਮਾਤਮਾ ਦੀ ਰਚਨਾ ਹੈ। ਅਸੀਂ ਮਨੁੱਖ ਹਾਂ, ਇਹ ਸਾਡੀ ਜਾਤ ਹੈ। ਇਸ ਲਈ ਜਿਨ੍ਹਾਂ ਨੇ ਨਾਮ ਜਪਿਆ ਹੈ ਉਹੀ ਪ੍ਰਵਾਨ ਹੋਣਗੇ। ਸਤਿਗੁਰੂ ਰਹਿਮਤ ਕਰਨ, ਆਪ ਅਸੀਸ ਦਿਆ ਕਰੋ, ਕਿਉਂਕਿ ਸਾਡੀ ਜਿਹੜੀ ਭੇਟਾ ਹੈ ਨਾ, ਉਹ ਆਪ ਜੀ ਦੀ ਸਰੋਤ ਹੈ, ਆਪ ਜੀ ਦੀ ਇਕਾਗਰਤਾ ਹੈ। ਆਪ ਇਕਾਗਰਤਾ ਬਖਸ਼ਿਆ ਕਰੋ, ਅਸੀਸ ਬਖਸ਼ਿਆ ਕਰੋ, ਤਾਂ ਕਿ ਵਿਚਾਰਾਂ ਦੀ ਸਾਂਝ ਪਾਈਏ, ਜਿਸ ਦੁਆਰਾ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮਿਲੇ ਹੋ ਸਕਣ ਜੀ। ਭੁੱਲਾਂ ਚੁੱਕਾਂ ਲਈ ਖਿਮਾ, ਮਾਨ ਸਨਮਾਨ ਲਈ ਹਾਰਦਿਕ ਧੰਨਵਾਦ। ਆਓ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।